Hello students, good morning to all of you. ਬਟ ਲਾਸਟ ਟਾਈਮ ਅਸੀਂ ਪੜ੍ਹਿਆ ਸੀਗਾ ਕਿ ਜਿਹੜਾ ਸਾਡਾ ਸੈੱਲ ਆ ਉਹ ਦੋ ਤਰ੍ਹਾਂ ਦੇ ਹੁੰਦੇ ਆ। ਇੱਕ ਹੁੰਦੇ ਆ ਯੂਨੀਸੈਲੂਲਰ, ਅਸੀਂ ਬੋਲਦੇ ਹਾਂ ਯੂਨੀਸੈਲੂਲਰ। ਇੱਕ ਹੁੰਦੇ ਆ ਮਲਟੀ ਸੈਲੂਲਰ। ਠੀਕ ਹੈ, ਯੂਨੀਸੈਲੂਲਰ ਮੀਨਸ ਸਿੰਗਲ ਸੈੱਲ। ਔਰ ਇਹਦੇ ਵਿੱਚ ਐਗਜ਼ਾਮਪਲ ਆਪਾਂ ਨੇ ਕੀਤਾ ਸੀ ਅਮੀਬਾ ਦੀ, ਪੈਰਾਮੀਸ਼ੀਅਮ। ਠੀਕ ਹੈ, ਔਰ ਮਲਟੀ ਸੈਲੂਲਰ ਦੇ ਵਿੱਚ ਮੈਨੀ ਸੈਲਸ ਦੀ ਜਿਹੜੀ ਬੋਡੀ ਬਣੀ ਹੁੰਦੀ ਆ। ਔਰ ਇਸ ਦੇ ਵਿੱਚ ਆਪਣੇ ਐਗਜ਼ਾਮਪਲ ਲਈ ਸੀ ਆਪਣੇ ਹਿਊਮਨਸ ਦੀ। ਯੂਨੀਸੈਲੂਲਰ ਨੂੰ ਅਸੀਂ ਪ੍ਰੋਕੈਰੀਓਟਿਕ ਵੀ ਬੋਲਦੇ ਹਾਂ ਔਰ ਮਲਟੀ ਸੈਲੂਲਰ ਨੂੰ ਅਸੀਂ ਯੂਕੈਰੀਓਟਿਕ ਸੈਲਸ ਵੀ ਬੋਲਦੇ ਹਾਂ। ਨਾਓ ਟੁਡੇ ਵੀ ਵਿਲ ਸਟਾਰਟ ਦਾ ਨਿਊ ਚੈਪਟਰ, the reproduction in animals means reproduction ਕੀ ਹੁੰਦੀ ਹੈ ਬੱਚੇ? reproduction ਇੱਕ ਉਹ ਚੀਜ਼ ਆ, the production of new individuals by their parents is known as reproduction। ਜਿਹੜੇ ਕਿ ਨਵੀਂ ਰਿਪਰੋਡਕਸ਼ਨ, ਨਵੇਂ ਲੋਕ ਪੈਦਾ ਹੁੰਦੇ ਆ, ਨਵੇਂ ਐਨੀਮਲਸ ਆਉਂਦੇ ਆ, ਠੀਕ ਹੈ, ਜੰਮਦੇ ਆ ਕਹਿੰਦੇ ਜਿਹਨੂੰ ਅਸੀਂ ਪੰਜਾਬੀ ਵਿੱਚ। ਔਰ ਉਹ ਜਿਹੜੇ ਨਵੇਂ ਜੀਵ ਜੰਤੂ ਪ੍ਰਾਣੀ ਸਾਡੀ ਦੁਨੀਆ ਦੇ ਵਿੱਚ ਆ ਰਹੇ ਆ, ਇੰਕਲੂਡਿੰਗ ਅਸੀਂ ਵੀ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਦੁਬਾਰਾ ਪੈਦਾ ਹੋ ਰਹੀਆਂ ਆ, ਉਹ ਉਸ ਚੀਜ਼ ਨੂੰ ਅਸੀਂ ਕੀ ਕਹਿੰਦੇ ਹਾਂ? ਰਿਪਰੋਡਕਸ਼ਨ ਕਹਿੰਦੇ ਹਾਂ। ਔਰ ਅਸੀਂ ਜਿੱਦਾਂ ਐਗਜ਼ਾਮਪਲ ਆ, ਅਸੀਂ ਕਿੱਥੋਂ ਆਏ ਹਾਂ? ਅਸੀਂ ਆਪਣੇ ਪੇਰੈਂਟਸ ਤੋਂ ਆਏ ਹਾਂ। ਸੋ ਇਹਦੇ ਵਿੱਚ ਇਹਨੇ ਕੀ ਲਿਖਿਆ? ਦਾ ਪ੍ਰੋਡਕਸ਼ਨ ਆਫ ਨਿਊ ਇੰਡੀਵਿਜੂਅਲਸ ਬਾਈ ਦੇਅਰ ਪੇਰੈਂਟਸ ਇਜ਼ ਨੋਨ ਐਜ਼ ਰਿਪਰੋਡਕਸ਼ਨ। ਉਹਨੂੰ ਅਸੀਂ ਕੀ ਬੋਲਦੇ ਹਾਂ? ਰਿਪਰੋਡਕਸ਼ਨ। ਇੱਕ ਬਹੁਤ ਹੀ ਇੰਪੋਰਟੈਂਟ ਕਰੈਕਟਰਿਸਟਿਕ ਆ ਸਾਡੇ ਲਿਵਿੰਗ ਆਰਗੈਨਿਜ਼ਮ ਦਾ। ਠੀਕ ਹੈ, ਸੋ ਇਟ ਇਜ਼ ਐਸੈਂਸ਼ੀਅਲ ਫਾਰ ਦਾ ਸਰਵਾਈਵਲ ਆਫ ਸਪੀਸ਼ੀਜ਼ ਔਨ ਦਾ ਅਰਥ। ਇਸ ਧਰਤੀ 'ਤੇ ਜੀਵਤ ਰਹਿਣ ਵਾਸਤੇ, ਜਾਂ ਕਹਿ ਲਓ ਜਿਹੜੀਆਂ ਅੱਗੇ ਤੋਂ ਅੱਗੇ ਜਿਹੜੀਆਂ ਆਪਣੀਆਂ ਨਵੇਂ ਜੀਵ ਜੰਤੂ ਆਉਣੇ ਆ, ਉਹਨਾਂ ਵਾਸਤੇ ਜਿਹੜੀ ਆ ਰਿਪਰੋਡਕਸ਼ਨ ਹੋਣੀ ਬਹੁਤ ਜ਼ਰੂਰੀ ਹੈ। ਰਿਪਰੋਡਕਸ਼ਨ ਇਜ਼ ਐਸੈਂਸ਼ੀਅਲ ਫਾਰ ਦਾ ਸਰਵਾਈਵਲ ਆਫ ਸਪੀਸ਼ੀਜ਼ ਔਨ ਦਾ ਅਰਥ। ਇਟ ਇਨਸ਼ੋਰਸ ਦਾ ਕੰਟੀਨਿਊਟੀ ਆਫ ਲਾਈਫ ਔਨ ਦਾ ਅਰਥ। ਠੀਕ ਹੈ, ਸੋ ਇਹਦੇ ਕਰਕੇ ਇਸੇ ਹੀ ਰਿਪਰੋਡਕਸ਼ਨ ਕਰਕੇ ਜਿਹੜੀ ਲਾਈਫ ਆ ਉਹ ਸਾਡੀ ਅੱਗੇ ਤੋਂ ਅੱਗੇ ਕੰਟੀਨਿਊ ਰਹਿੰਦੀ ਹੈ। ਠੀਕ ਹੈ, ਚੱਲਦੀ ਰਹਿੰਦੀ ਹੈ। ਦੈਨ ਨੈਕਸਟ ਪਾਰਟ ਅਸੀਂ ਕਰਨਾ ਆ modes of reproduction। modes of reproduction, ਇਹਦੇ ਵਿੱਚ ਦੋ ਤਰ੍ਹਾਂ ਦੇ ਰਿਪਰੋਡਕਸ਼ਨ ਦੋ ਤਰ੍ਹਾਂ ਹੁੰਦੀ ਆ। ਇੱਕ ਅਸੀਂ ਬੋਲਾਂਗੇ ਸੈਕਸੂਅਲ ਰਿਪਰੋਡਕਸ਼ਨ, ਇੱਕ ਅਸੀਂ ਬੋਲਾਂਗੇ ਏਸੈਕਸੁਅਲ ਰਿਪਰੋਡਕਸ਼ਨ। ਠੀਕ ਹੈ, ਔਰ ਹਾਂਜੀ, ਸੋ ਇਹਦੇ ਵਿੱਚ ਅਸੀਂ ਇਹ ਸੈਕਸੂਅਲ ਰਿਪਰੋਡਕਸ਼ਨ ਅਤੇ ਏਸੈਕਸੁਅਲ ਰਿਪਰੋਡਕਸ਼ਨ ਹੁੰਦੀਆਂ, ਜਿਹੜੀਆਂ ਜਿਸ ਤਰ੍ਹਾਂ ਜਿਹੜੇ ਆ ਨਵੇਂ ਜੀਵ ਜੰਤੂ ਪ੍ਰਾਣੀ ਆ ਜਾਂ ਹਿਊਮਨ ਬੀਇੰਗਸ ਆ, ਉਹ ਅੱਗੇ ਰੀਪਰੋਡਿਊਸ ਹੁੰਦੇ ਆ। ਸੋ ਪਹਿਲਾਂ ਸੈਕਸੂਅਲ ਰਿਪਰੋਡਕਸ਼ਨ ਉਹ ਹੁੰਦੀ ਆ, the production of a new animal by existing two parents by the fusion of their gametes is called the sexual reproduction। sexual reproduction ਕੀ ਹੋਗੀ? ਇਹ ਜਿਹੜੀ ਸੈਕਸੂਅਲ ਰਿਪਰੋਡਕਸ਼ਨ ਆ ਬੱਚੇ, ਇਹ ਹਿਊਮਨ ਬੀਇੰਗਸ ਦੇ ਵਿੱਚ ਹੁੰਦੀ ਆ। ਪਹਿਲੀ ਗੱਲ ਤਾਂ ਇਹ ਆ ਗਈ ਆ। ਠੀਕ ਹੈ, ਹਿਊਮਨਸ ਦੇ ਵਿੱਚ ਹੋਊਗੀ। ਔਰ ਹਿਊਮਨ ਦੇ ਵਿੱਚ ਇਹ ਕਿੱਦਾਂ ਹੁੰਦੀ ਆ? ਗੈਮੇਟਸ ਪ੍ਰੈਜੈਂਟ ਹੁੰਦੇ ਆ ਸਾਡੀ ਬੋਡੀ 'ਚ। ਕੀ ਪ੍ਰੈਜੈਂਟ ਹੁੰਦੇ ਆ? ਗੈਮੇਟਸ। ਮੇਲ ਦੀ ਬੋਡੀ ਦੇ ਵਿੱਚ ਗੈਮੇਟ ਹੁੰਦਾ ਅਤੇ ਫੀਮੇਲ ਦੀ ਬੋਡੀ ਵਿੱਚ ਗੈਮੇਟ ਹੁੰਦਾ। ਔਰ ਮੇਲ ਦੀ ਬੋਡੀ ਵਿੱਚ ਜਿਹੜਾ ਗੈਮੇਟ ਹੁੰਦਾ ਉਹਨੂੰ ਆਪਾਂ ਬੋਲਦੇ ਹਾਂ ਸਪਰਮ। ਕੀ ਬੋਲਦੇ ਹਾਂ? ਸਪਰਮ। ਐਂਡ ਫੀਮੇਲ ਦੀ ਬੋਡੀ ਵਿੱਚ ਜਿਹੜਾ ਗੈਮੇਟ ਹੁੰਦਾ ਉਹਨੂੰ ਕਹਿੰਦੇ ਆ ਓਵਮ। ਜੋ ਇਹ ਦੋਨੇ ਆਪਸ 'ਚ ਫਿਊਜ਼ ਕਰ ਗਿਆ, ਦੇਖੋ ਇੱਥੇ ਫਿਊਜ਼ਨ ਹੋ ਗਈ ਨਾ ਦੋਨਾਂ ਦੀ। ਜਦੋਂ ਇਹਨਾਂ ਦੋਨਾਂ ਨੇ ਫਿਊਜ਼ ਕਰ ਜਾਣਾ, ਫਿਊਜ਼ਨ ਵੀ ਕਹਿ ਸਕਦੇ ਹਾਂ, ਫਿਊਜ਼ ਕਰ ਗਏ ਅਤੇ ਇਹਨਾਂ ਨੇ ਇੱਕ ਸਿੰਗਲ ਜਿਹੜਾ ਉਹ ਕੀ ਪ੍ਰੋਡਿਊਸ ਕਰਨਾ। ਜਦੋਂ ਇਹਨਾਂ ਨੇ ਫਿਊਜ਼ ਕਰਨਾ ਤਾਂ ਇੱਕ ਜ਼ਾਈਗੋਟ ਬਣਦਾ ਹੁੰਦਾ, ਜਿਹੜਾ ਕਿ ਜ਼ਾਈਗੋਟ ਤੋਂ ਬਾਅਦ ਜਿਹੜਾ ਹਿਊਮਨ ਬਣਦਾ ਹੁੰਦਾ, ਬੇਬੀ, ਹਿਊਮਨ ਬੇਬੀ। ਠੀਕ ਹੈ, ਸੋ ਇਹ ਜਿਹੜਾ ਪ੍ਰੋਸੈਸ ਆ, ਇਸੇ ਚੀਜ਼ ਨੂੰ ਅਸੀਂ ਕੀ ਬੋਲਦੇ ਹਾਂ? ਰਿਪਰੋਡਕਸ਼ਨ ਬੋਲਦੇ ਹਾਂ। ਸੈਕਸੂਅਲ ਰਿਪਰੋਡਕਸ਼ਨ। ਕੀ ਬੋਲਦੇ ਹਾਂ? ਸੈਕਸੂਅਲ ਰਿਪਰੋਡਕਸ਼ਨ। ਅੰਡਰਸਟੂਡ?
ਸੈਕਸੁਅਲ ਰਿਪਰੋਡਕਸ਼ਨ ਕੀ ਹੁੰਦਾ, ਹਿਊਮਨਸ ਦੇ ਵਿੱਚ ਗੈਮੇਟਸ ਪ੍ਰੋਡਿਊਸ ਹੁੰਦੇ ਆ, ਮੇਲ ਦੇ ਵਿੱਚ ਸਪਰਮ ਪ੍ਰੈਜ਼ੈਂਟ ਹੁੰਦਾ, ਫੀਮੇਲ ਦੇ ਵਿੱਚ ਓਵਮ ਪ੍ਰੈਜ਼ੈਂਟ ਹੁੰਦਾ, ਔਰ ਜਦੋਂ ਇਹ ਆਪਸ 'ਚ ਫਿਊਜ਼ ਕਰਦੇ ਆ ਇੱਕ ਜ਼ਾਈਗੋਟ ਬਣਾਉਂਦੇ ਆ। ਔਰ ਇਹ ਜਿਹੜਾ ਜ਼ਾਈਗੋਟ ਆ ਨਾ ਬੱਚੇ ਯਾਦ ਰੱਖਣਾ, ਸਾਡੀ ਬੋਡੀ ਦਾ ਫਸਟ ਸੈੱਲ ਹੁੰਦਾ, ਫਸਟ ਸੈੱਲ ਆਫ ਬੋਡੀ, ਇਹਨੂੰ ਅਸੀਂ ਬੋਲਦੇ ਹਾਂ। ਇੱਕ ਨੰਬਰ 'ਚ ਕੁਐਸਚਨ ਆ ਸਕਦਾ ਤੁਹਾਨੂੰ, ਵਿਚ ਇਜ਼ ਦਾ ਫਸਟ ਸੈੱਲ ਆਫ ਯੂਅਰ ਬੋਡੀ, ਸਾਡੀ ਬੋਡੀ ਦਾ ਫਸਟ ਸੈੱਲ ਕਿਹੜਾ ਹੁੰਦਾ, ਉਹ ਜ਼ਾਈਗੋਟ ਬਣਦਾ। ਅੰਡਰਸਟੂਡ। ਸੋ ਇਹਦੇ ਵਿੱਚ ਵੀ ਪੜ੍ਹੋ, ਕਹਿੰਦਾ ਦਾ ਪ੍ਰੋਡਕਸ਼ਨ ਆਫ ਨਿਊ ਐਨੀਮਲਸ, ਨਵੇਂ ਐਨੀਮਲਸ ਬਣਦੇ ਆ ਜਾਂ ਹਿਊਮਨਸ ਕਹਿ ਲਓ, ਬਾਈ ਐਗਜ਼ਿਸਟਿੰਗ ਟੂ ਪੇਰੈਂਟਸ, ਦੋ ਪੇਰੈਂਟਸ ਬਣੇ ਸੀਗੇ ਆਪਸ 'ਚ ਫਿਊਜ਼ ਹੋਏ ਸੀ, ਉਹਨਾਂ ਦੇ ਗੈਮਟ ਜਦੋਂ ਫਿਊਜ਼ ਹੁੰਦੇ ਆ ਉਹਨਾਂ ਨੂੰ ਅਸੀਂ ਸੈਕਸੁਅਲ ਰਿਪਰੋਡਕਸ਼ਨ ਬੋਲਦੇ ਹਾਂ। ਕਹਿੰਦਾ ਇਟ ਇਨਵੋਲਵਸ ਦਾ ਫਿਊਜ਼ਨ ਆਫ ਮੇਲ ਗੈਮਟ ਵਿਦ ਅ ਫੀਮੇਲ ਗੈਮਟ ਵਿਚ ਲੀਡਸ ਟੂ ਦਾ ਫਾਰਮੇਸ਼ਨ ਆਫ ਜ਼ਾਈਗੋਟ ਦੈਟ ਡਿਵੈਲਪਸ ਇਨ ਦਾ ਨਿਊ ਇੰਡੀਵਿਜੂਅਲ। ਉਹ ਪਹਿਲਾਂ ਜ਼ਾਈਗੋਟ ਬਣਦਾ, ਜ਼ਾਈਗੋਟ ਤੋਂ ਬਾਅਦ ਉਹ ਕੀ ਬਣਦਾ, ਸਾਡਾ ਅੱਗੇ ਇੰਡੀਵਿਜੂਅਲ ਬਣ ਜਾਂਦਾ, ਇੱਕ ਪੂਰਾ ਇੱਕ ਹਿਊਮਨ ਬੋਡੀ ਬਣ ਜਾਂਦੀ ਆ। ਉਹਦੇ ਵਿੱਚ ਫਿਸ਼ਿਜ਼ ਵੀ ਆ ਜਾਂਦੇ ਆ, ਫਰੋਗ ਵੀ ਆ ਜਾਂਦੇ ਆ, ਕਾਊਜ਼, ਡੌਗਸ, ਹਾਰਸਿਸ, ਔਰ ਉਹਦੇ ਵਿੱਚ ਕੌਣ ਆਉਂਦਾ, ਹਿਊਮਨਸ ਵੀ ਆਉਂਦੇ ਆ। ਸੋ ਅੰਡਰਸਟੂਡ। ਇਹ ਸਾਰੀਆਂ ਚੀਜ਼ਾਂ ਕਿਹਦੇ ਰਾਹੀਂ ਹੁੰਦੀਆਂ, ਪ੍ਰੋਡਿਊਸ ਸੈਕਸੁਅਲ ਰਿਪਰੋਡਕਸ਼ਨ। ਨੈਕਸਟ ਬੇਟਾ ਆਪਾਂ ਨੇ ਪੜ੍ਹਨਾ ਟੌਪਿਕ, ਦੋ ਤਰ੍ਹਾਂ ਦੇ ਪੜ੍ਹੇ ਸੀ ਆਪਾਂ ਨੇ। ਦੂਜਾ ਪਾਰਟ ਹੈਗਾ ਸਾਡਾ ਇਹ ਸੈਕਸੁਅਲ ਰਿਪਰੋਡਕਸ਼ਨ, ਦਾ ਪ੍ਰੋਡਕਸ਼ਨ ਆਫ ਨਿਊ ਐਨੀਮਲਸ ਬਾਈ ਸਿੰਗਲ ਪੇਰੈਂਟ ਵਿਦਾਊਟ ਇਨਵੋਲਵਮੈਂਟ ਆਫ ਗੈਮਿਟਸ, ਇਸ ਦਾ ਇਹ ਸੈਕਸੁਅਲ ਰਿਪਰੋਡਕਸ਼ਨ। ਜਿਸ ਤਰ੍ਹਾਂ ਸੈਕਸੁਅਲ ਰਿਪਰੋਡਕਸ਼ਨ ਵਿੱਚ ਗੈਮਿਟਸ ਚਾਹੀਦੇ ਸੀਗੇ, ਬਟ ਇਹਦੇ ਵਿੱਚ ਇਹ ਸੈਕਸੁਅਲ ਦੇ ਵਿੱਚ ਨੋ ਗੈਮਿਟਸ ਫਾਰਮ, ਨੋ ਗੈਮਿਟਸ, ਕੋਈ ਗੈਮਿਟ ਇਹਦੇ ਵਿੱਚ ਪ੍ਰੈਜ਼ੈਂਟ ਨਹੀਂ ਹੈਗਾ ਬੱਚੇ, ਠੀਕ ਹੈ। ਇਹਦੇ ਵਿੱਚ ਬੋਡੀ ਜਿਹੜੀ ਹੁੰਦੀ ਖੁਦ ਹੀ ਖੁਦ ਡਿਵਾਈਡ ਕਰ ਜਾਂਦੀ ਹੈ, ਠੀਕ ਹੈ। ਸੋ ਜ਼ਾਈਗੋਟਸ ਨੋਟ, ਇਹਦੇ ਵਿੱਚ ਜ਼ਾਈਗੋਟ ਵੀ ਨਹੀਂ ਬਣਦਾ ਫਿਰ, ਠੀਕ ਹੈ। ਦ ਯੰਗ ਵਨਸ ਪ੍ਰੋਡਿਊਸ ਐਗਜ਼ੈਕਟ ਕਾਪੀ ਦੇ, ਔਰ ਇਹਦੇ ਵਿੱਚ ਸੇਮ ਟੂ ਸੇਮ ਕਾਪੀ ਬਣਨੀ ਹੈ, ਐਗਜ਼ੈਕਟ ਕਾਪੀ ਬਣਨੀ ਸੇਮ, ਠੀਕ ਹੈ। ਹੁਣ ਜਿੱਦਾਂ ਸਪੋਜ਼ ਕਰ ਲਓ ਇਹ 'ਚ ਐਗਜ਼ਾਮਪਲ ਅਮੀਬਾ, ਅਮੀਬਾ ਲੈ ਲਿਆ, ਇਹ ਅਮੀਬਾ ਕੀ ਕਰੂਗਾ, ਡਿਵਾਈਡ ਕਰੂਗਾ, ਡਿਵਾਈਡ ਕਰ ਗਿਆ, ਠੀਕ ਹੈ। ਔਰ ਡਿਵਾਈਡ ਕਰਕੇ ਇਹਨੇ ਦੋ ਚੀਜ਼ਾਂ ਬਣ ਗਈਆਂ, ਮਤਲਬ ਕਿ ਐਗਜ਼ੈਕਟ ਕਾਪੀ ਕਿੱਦਾਂ ਹੋ ਗਈ, ਅਮੀਬਾ ਤੋਂ ਹੀ ਅਮੀਬਾ ਬਣਿਆ, ਅਮੀਬਾ ਤੋਂ ਹੀ ਅਮੀਬਾ ਮਿਲਿਆ। ਇਹ ਤਾਂ ਨਹੀਂ ਕਿ ਹੁਣ ਜਿੱਦਾਂ ਹਿਊਮਨਸ ਦੇ ਵਿੱਚ ਕੀ ਹੁੰਦਾ ਹੈ, ਹੁਣ ਸਾਡੀ ਸ਼ਕਲ ਜਿਹੜੀ ਆ ਸਾਡੇ ਪੇਰੈਂਟਸ ਨਾਲ ਥੋੜ੍ਹੀ ਰਲਦੀ ਹੈ, ਸਾਡੀ ਸ਼ਕਲ ਨਹੀਂ ਰਲਦੀ, ਸਾਡੇ ਕਰੈਕਟਰਸ ਰਲਦੇ ਉਹਨਾਂ ਨਾਲ, ਗੱਲ ਕਰਨ ਦਾ ਤਰੀਕਾ, ਸਾਡਾ ਹੇਅਰ ਸਟਾਈਲ, ਸਾਡੀਆਂ ਅੱਖਾਂ, ਇਹ ਚੀਜ਼ਾਂ ਰਲਦੀਆਂ, ਨਾ ਕਿ ਸਾਡੀ ਸ਼ਕਲ ਰਲਦੀ ਹੈ। ਬਟ ਇਹਦੇ ਵਿੱਚ ਕੀ ਹੁੰਦਾ, ਇਹ ਸੈਕਸੁਅਲ ਰਿਪਰੋਡਕਸ਼ਨ ਦੇ ਵਿੱਚ ਸਾਡਾ ਉਹ ਸੇਮ ਟੂ ਸੇਮ ਕਾਪੀ ਬਣਦੀ ਹੈ, ਇਸ ਨੂੰ ਅਸੀਂ ਕੀ ਬੋਲਦੇ ਹਾਂ, ਇਹ ਸੈਕਸੁਅਲ ਰਿਪਰੋਡਕਸ਼ਨ। ਇਹਦੇ ਵਿੱਚ ਐਗਜ਼ਾਮਪਲ ਲੈ ਲਓ ਹਾਈਡਰਾ, ਯੀਸਟ, ਔਰ ਸਭ ਤੋਂ ਵੱਡੀ ਐਗਜ਼ਾਮਪਲ ਇੱਕ ਹੀ ਯਾਦ ਰੱਖੋ ਚਾਹੇ, ਉਹ ਅਮੀਬਾ ਹੈ। ਅੰਡਰਸਟੂਡ ਆ, ਠੀਕ ਹੈ। ਅੱਗੇ ਸਾਡਾ ਬੇਟਾ ਆ ਜਾਂਦਾ, ਨੈਕਸਟ ਆ ਜਾਂਦਾ ਟੌਪਿਕ ਸੈਕਸੁਅਲ ਰਿਪਰੋਡਕਸ਼ਨ ਇਨ ਐਨੀਮਲਸ। ਇਹਦੇ ਵਿੱਚ ਮੋਸਟ ਐਨੀਮਲਸ ਪ੍ਰੋਡਿਊਸਡ ਬਾਈ ਸੈਕਸੁਅਲ ਰਿਪਰੋਡਕਸ਼ਨ, ਠੀਕ ਹੈ। ਇਨ ਸੈਕਸੁਅਲ ਰਿਪਰੋਡਕਸ਼ਨ ਟੂ ਪੇਰੈਂਟਸ, ਇਹ ਤੁਹਾਨੂੰ ਅਸੀਂ ਪਹਿਲਾਂ ਦੋਨਾਂ ਵਿੱਚ ਡਿਫਰੈਂਸ ਪੜ੍ਹ ਲਿਆ ਸੀਗਾ, ਇੱਕ ਆਪਾਂ ਨੇ ਸੈਕਸੁਅਲ ਪੜ੍ਹਿਆ ਸੀ, ਇਹ ਸੈਕਸੁਅਲ। ਹੁਣ ਆਪਾਂ ਪਹਿਲਾਂ ਸੈਕਸੁਅਲ ਰਿਪਰੋਡਕਸ਼ਨ ਨੂੰ ਪੂਰੀ ਚੰਗੀ ਤਰ੍ਹਾਂ ਐਕਸਪਲੇਨ ਕਰਾਂਗੇ, ਪੜ੍ਹਾਂਗੇ ਉਹਦੇ ਬਾਰੇ ਕੀ ਹੁੰਦਾ। ਇਹਦੇ ਵਿੱਚ ਡਿਫਰੈਂਟ ਰਿਪਰੋਡਕਟਿਵ ਆਰਗਨਸ ਹੁੰਦੇ ਆ। ਅਡਲਟ ਮੇਲ ਜਿਹੜਾ ਮੇਲ ਹੋ ਗਿਆ ਉਹ ਕੀ ਪ੍ਰੋਡਿਊਸ ਕਰਦਾ, ਮੇਲ ਗੈਮਟ, ਉਹ ਵੀ ਦੱਸਿਆ ਹੀ ਤੁਹਾਨੂੰ, ਕਿਹੜਾ ਗੈਮਟ ਪ੍ਰੋਡਿਊਸ ਕਰਦਾ, ਉਹ ਸਪਰਮ ਕਰਦਾ। ਅਤੇ ਫੀਮੇਲ ਕਿਹੜਾ ਗੈਮਟ ਪ੍ਰੋਡਿਊਸ ਕਰਦੀ ਹੈ, ਓਵਮ, ਜਾਂ ਉਹਨੂੰ ਕੀ ਕਹਿੰਦੇ ਹਾਂ ਅਸੀਂ, ਐਗ ਵੀ ਕਹਿੰਦੇ ਹਾਂ। ਹੁਣ ਗੈਮੈਟੋਜੈਨੇਸਿਸ ਕੀ ਹੁੰਦਾ, ਕਹਿੰਦਾ ਜਦੋਂ the process of production of gametes is called the gametogenesis। ਇਹ ਡੈਫੀਨੇਸ਼ਨ ਆ 1 ਮਾਰਕਸ ਦੀ, ਇੰਪੋਰਟੈਂਟ ਆ, ਇਹ ਲਿਖ ਲੈਣੀ, ਅੰਡਰਲਾਈਨ ਕਰ ਲੈਣੀ ਆ। the process of production of gametes, ਜਿਹੜੀ ਕਿ ਸਾਡੀ ਬੋਡੀ ਗੈਮੇਟਸ ਪ੍ਰੋਡਿਊਸ ਕਰਦੀ ਆ, ਮੇਲ ਨੇ ਵੀ ਪ੍ਰੋਡਿਊਸ ਕਰਦੀ, ਫੀਮੇਲ ਵੀ ਪ੍ਰੋਡਿਊਸ ਕਰਦੀ ਹੈ, ਠੀਕ ਹੈ। ਉਸ ਪ੍ਰੋਡਿਊਸ ਕਰਨ, ਉਹਨਾਂ ਦੀ ਪ੍ਰੋਡਕਸ਼ਨ ਕਰਨ ਨੂੰ ਕੀ ਕਹਿੰਦੇ ਹਾਂ ਅਸੀਂ, ਗੈਮੈਟੋਜੈਨੇਸਿਸ। ਅੰਡਰਸਟੂਡ। ਨੈਕਸਟ ਹੈ ਫਰਟੀਲਾਈਜੇਸ਼ਨ। ਫਰਟੀਲਾਈਜੇਸ਼ਨ ਬੇਟਾ ਦੇਖੋ ਕੀ ਹੁੰਦਾ, ਫਰਟੀਲਾਈਜੇਸ਼ਨ ਇਜ਼ ਦ ਮੋਸਟ ਇੰਪੋਰਟੈਂਟ, ਠੀਕ ਹੈ। ਹੁਣ ਬੇਟਾ ਫਰਟੀਲਾਈਜੇਸ਼ਨ ਕੀ ਹੁੰਦਾ, ਜਿੱਦਾਂ ਅਸੀਂ ਪਹਿਲਾਂ ਡਾਇਗਰਾਮਸ ਦੇ ਵਿੱਚ ਦੇਖਿਆ ਸੀਗਾ, ਦੇਖੋ ਮੈਂ ਕਿਹਾ ਸੀਗਾ ਮੇਲ ਬੋਡੀ ਜਿਹੜੀ ਆ ਉਹ ਪ੍ਰੋਡਿਊਸ ਕਰਦੀ ਆ ਸਪਰਮ, ਅਤੇ ਫੀਮੇਲ ਬੋਡੀ ਕਰਦੀ ਆ ਓਵਮ। ਔਰ ਇਹ ਜਦੋਂ ਦੋਨੇ ਚੀਜ਼ਾਂ ਜਦੋਂ ਫਿਊਜ਼ ਹੋ ਜਾਂਦੀਆਂ, ਜਦੋਂ ਇਹ ਦੋਨੇ ਚੀਜ਼ਾਂ ਫਿਊਜ਼ ਹੋ ਜਾਂਦੀਆਂ, ਜਿਹਨੂੰ ਸੈਕਸੁਅਲ ਰਿਪਰੋਡਕਸ਼ਨ ਬੋਲਦੇ ਸੀਗੇ, ਉਹ ਸਾਡੀ ਕੀ ਹੋ ਗਈ, ਫਰਟੀਲਾਈਜੇਸ਼ਨ। ਦਾ ਫਿਊਜ਼ਨ ਆਫ ਮੇਲ ਗੈਮੇਟ ਜਿਹਦੇ ਵਿੱਚ ਸਪਰਮ ਹੁੰਦਾ ਵਿਦ ਏ ਫੀਮੇਲ ਗੈਮੇਟ ਜਿਹਦੇ ਵਿੱਚ ਓਵਮ ਹੁੰਦਾ, ਉਹ ਇੱਕ ਕੀ ਬਣਾਉਂਦਾ, ਜ਼ਾਈਗੋਟ ਬਣਾਉਂਦਾ। ਕਦੋਂ ਬਣਾਉਂਦਾ, ਜਦੋਂ ਸੈਕਸੁਅਲ ਰਿਪਰੋਡਕਸ਼ਨ ਹੁੰਦੀ ਆ, ਔਰ ਇਟ ਇਜ਼ ਕਾਲਡ ਦਾ ਫਰਟੀਲਾਈਜੇਸ਼ਨ।
ਅੰਡਰਸਟੂਡ। ਜਿਹਦੇ ਵਿੱਚ ਜ਼ਾਈਗੋਟ ਇਜ਼ ਏ ਫਰਟੀਲਾਈਜ਼ਡ ਐਗ, ਇਟ ਇਜ਼ ਦ ਫਸਟ ਸੈੱਲ ਆਫ ਦ ਨਿਊ ਆਰਗੈਨਿਜ਼ਮ। ਇਹ ਵੀ ਚੀਜ਼ ਤੁਹਾਨੂੰ ਪਹਿਲਾਂ ਐਕਸਪਲੇਨ ਕਰ ਚੁੱਕਾ ਹੈ। ਇਹ ਡਾਇਗਰਾਮ ਨੂੰ ਜ਼ਰੂਰ ਦੇਖ ਲੈਣਾ ਜਿਹੜੀ ਲਾਸਟ ਆਪਾਂ ਨੇ ਕੀਤੀ ਸੀ। ਅੰਡਰਸਟੂਡ ਬੇਟਾ। ਸੋ ਫਰਟੀਲਾਈਜੇਸ਼ਨ ਸਾਡੀ ਦੋ ਟਾਈਪਸ ਦੀ ਹੁੰਦੀ ਹੈ ਬੇਟਾ, ਇਹ ਦੇਖਣੀ ਹੈ। ਫਰਟੀਲਾਈਜੇਸ਼ਨ ਸਾਡੀ ਟੂ ਟਾਈਪਸ ਦੀ ਹੁੰਦੀ ਹੈ। ਇੱਕ ਤੁਸੀਂ ਲਿਖਣਾ ਇਹਨੂੰ ਐਕਸਟਰਨਲ ਫਰਟੀਲਾਈਜੇਸ਼ਨ, ਇੱਕ ਲਿਖਣਾ ਇੰਟਰਨਲ ਫਰਟੀਲਾਈਜੇਸ਼ਨ। ਠੀਕ ਹੈ, ਅੰਡਰਸਟੂਡ ਹੈ ਬੱਚੇ। ਦੇਖੋ ਐਕਸਟਰਨਲ ਫਰਟੀਲਾਈਜੇਸ਼ਨ ਕਿਹੜੀ ਹੁੰਦੀ ਆ, the fertilization which occur outside the female body is called the external fertilization। ਜਿਹੜੀ ਫੀਮੇਲ ਬੋਡੀ ਤੋਂ ਬਾਹਰ ਹੁੰਦੀ ਆ ਫਰਟੀਲਾਈਜੇਸ਼ਨ। ਹੁਣ ਫਰਟੀਲਾਈਜੇਸ਼ਨ ਪਹਿਲਾਂ ਦੱਸੋ ਕੀ ਹੁੰਦੀ ਸੀ, ਜਿਹਦੇ ਵਿੱਚ ਮੇਲ ਗੈਮਟ ਅਤੇ ਫੀਮੇਲ ਗੈਮਟ ਫਿਊਜ਼ ਕਰਦੇ ਸੀਗੇ। ਹੁਣ ਜੇ ਤਾਂ ਬੋਡੀ ਦੇ ਬਾਹਰ ਫਿਊਜ਼ ਕਰਦੇ ਆ ਉਹ, ਉਹਨਾਂ ਨੂੰ ਅਸੀਂ ਕੀ ਬੋਲਾਂਗੇ, ਉਸ ਚੀਜ਼ ਨੂੰ ਕੀ ਬੋਲਾਂਗੇ ਬੱਚੇ, ਅਸੀਂ ਐਕਸਟਰਨਲ ਫਰਟੀਲਾਈਜੇਸ਼ਨ। ਐਕਸਟਰਨਲ ਫਰਟੀਲਾਈਜੇਸ਼ਨ ਦੇ ਵਿੱਚ ਐਗਜ਼ਾਮਪਲ ਤੁਸੀਂ ਲਿਖਣੀ ਆ ਫਰੋਗ ਦੀ ਅਤੇ ਟੋਡਸ ਦੀ। ਠੀਕ ਹੈ, ਐਂਡ ਫਿਸ਼ਿਸ ਦੀ ਵੀ ਲੈ ਸਕਦੇ ਹਾਂ, ਕਿਉਂਕਿ ਇਹ ਜਿਹੜੇ ਜੀਵ ਜੰਤੂ ਆ ਇਹ ਸਾਰੇ, ਇਹਨਾਂ ਵਿੱਚ ਐਕਸਟਰਨਲ ਫਰਟੀਲਾਈਜੇਸ਼ਨ ਹੈ। ਇਹ ਕਿੱਥੇ ਰਹਿੰਦੇ ਆ, ਪਾਣੀ ਦੇ ਵਿੱਚ ਰਹਿੰਦੇ ਆ, ਵਾਟਰ ਦੇ ਵਿੱਚ ਰਹਿੰਦੇ ਆ। ਸੋ ਡੂਰਿੰਗ ਸਪਰਿੰਗ ਐਂਡ ਰੇਨੀ ਸੀਜ਼ਨ frogs and toads moves to a pond or slow flowing streams. Female lays 100 of delicate eggs. A layer of jelly hold the eggs together and provide protection to the eggs. As the eggs are laid, the male releases a large number of sperm. Each sperm swims randomly in water with the help of its long tail. The sperm come in contact with the eggs and result in fertilization. ਹੁਣ ਐਗਜ਼ਾਮਪਲ ਲੈ ਲਓ, ਆ ਪਾਣੀ ਹੈ ਇੱਕ ਜਗ੍ਹਾ ਭਰਿਆ ਹੋਇਆ, ਰਿਵਰ ਕਹਿ ਲਓ ਜਾਂ, ਠੀਕ ਹੈ। ਹੁਣ ਇੱਕ ਫਰਟੀਲਾਈਜੇਸ਼ਨ ਹੋਣੀ ਤਾਂ ਉਹਦੀ ਇੱਕ ਫੀਮੇਲ ਬੋਡੀ ਆ ਗਈ ਆ ਫੀਮੇਲ, ਇਹਨੇ ਆਪਣੇ ਜਿਹੜੇ ਐਗ ਉਹ ਲੇਜ਼ ਕਰਤੇ। ਆ ਦੇਖੋ ਆ ਐਗਸ ਕੀ ਹੋ ਗਏ ਇਹਨੇ ਲੇਜ਼ ਕੀਤੇ, ਕਿਹਨੇ ਕੀਤੇ, ਆ ਫੀਮੇਲ ਬੋਡੀ ਨੇ, ਇਹਨੇ ਆਪਣੇ ਐਗ ਲੇਜ਼ ਕੀਤੇ। ਹੁਣ ਇਸ ਐਗਸ ਦੇ ਵਿੱਚ ਹੁਣ ਇੱਥੇ ਫਰੋਗ, ਮੇਲ ਫਰੋਗ ਵੀ ਹੈਗਾ। ਹੁਣ ਇਹ ਮੇਲ ਫਰੋਗ ਨੇ ਕੀ ਕਰਨਾ, ਆਪਣਾ ਜਿਹੜਾ ਸਪਰਮ ਆ ਉਹ ਰਿਲੀਜ਼ ਕਰਤਾ। ਸਪਰਮ ਦੀ ਟੇਲ ਵੀ ਹੁੰਦੀ ਹੈ ਪ੍ਰੈਜੈਂਟ, ਇਹ ਸਪਰਮ ਕਹਿ ਲਓ। ਠੀਕ ਹੈ, ਹੁਣ ਇਹ ਸਪਰਮ ਨੇ ਮੂਵ ਕਰਕੇ ਕਿੱਥੇ ਚੱਲ ਜਾਣਾ, ਐਗਸ ਕੋਲ ਮੂਵ ਕਰ ਜਾਣਾ, ਔਰ ਇਹਨਾਂ ਦੋਨਾਂ ਦੇ ਵਿੱਚ ਕੀ ਹੋ ਜਾਣੀ ਆ, ਫਰਟੀਲਾਈਜੇਸ਼ਨ। ਔਰ ਇਸ ਨੂੰ ਅਸੀਂ ਕੀ ਬੋਲਾਂਗੇ, ਐਕਸਟਰਨਲ ਫਰਟੀਲਾਈਜੇਸ਼ਨ। ਐਕਸਟਰਨਲ ਕਿਉਂ ਕਹਿੰਦੇ ਆ, ਕਿਉਂਕਿ ਦੇਖੋ ਜੇ ਤਾਂ ਇਹਦੀ ਫੀਮੇਲ ਬੋਡੀ ਦੇ ਅੰਦਰ, ਇਸ ਫੀਮੇਲ ਦੇ ਅੰਦਰ ਸਪਰਮ ਫਿਊਜ਼ ਕਰਦਾ ਐਗ ਦੇ ਨਾਲ, ਫਿਰ ਤਾਂ ਉਹਨੂੰ ਇੰਟਰਨਲ ਕਹਿਣਾ ਸੀ। ਬਟ ਇਹ ਬਾਹਰ, ਉਹਨੇ ਵੀ ਐਗ ਲੇਅਰ ਬਾਹਰ ਕਰ ਦਿੱਤੇ ਅੰਡੇ ਆਪਣੇ, ਅਤੇ ਇਹਨੇ ਆਪਣਾ ਸਪਰਮ ਬਾਹਰ ਕੱਢਦਾ। ਇਹ ਸਪਰਮ ਮੂਵ ਕਰਕੇ ਇਹਦੇ ਕੋਲ ਗਿਆ, ਦੈਨ ਫਿਊਜ਼ਨ ਹੋਈ, ਇਸ ਕਰਕੇ ਉਹਨੂੰ ਅਸੀਂ ਕੀ ਬੋਲਾਂਗੇ, ਐਕਸਟਰਨਲ ਫਰਟੀਲਾਈਜੇਸ਼ਨ ਬੋਲਾਂਗੇ। ਅੰਡਰਸਟੂਡ। ਸੋ ਨੈਕਸਟ ਆ ਜਾਂਦਾ ਤੁਹਾਡੇ ਕੋਲ ਟੋਪਿਕ ਇੰਟਰਨਲ ਫਰਟੀਲਾਈਜੇਸ਼ਨ। ਠੀਕ ਹੈ, ਇੰਟਰਨਲ ਫਰਟੀਲਾਈਜੇਸ਼ਨ ਜਿਹੜੀ ਹੁੰਦੀ ਆ, ਇਟ ਅਕਰ ਇਨਸਾਈਡ ਦਾ ਫੀਮੇਲ ਬੋਡੀ ਇਜ਼ ਕਾਲਡ ਇੰਟਰਨਲ ਫਰਟੀਲਾਈਜੇਸ਼ਨ। the eggs are fertilized with sperm inside the female body to form zygote। ਇਹ ਉਹੀ ਐਗਜ਼ਾਮਪਲ ਹੈਗੀ, ਇੰਟਰਨਲ ਫਰਟੀਲਾਈਜੇਸ਼ਨ ਫੀਮੇਲ ਦੇ ਵਿੱਚ ਹੁੰਦੀ ਹੈ, ਫੀਮੇਲ ਬੋਡੀ ਦੇ ਵਿੱਚ। ਇਹ ਯਾਦ ਰੱਖਣਾ, ਇਹ ਤੁਹਾਨੂੰ ਪੁੱਛ ਸਕਦੇ ਆ। ਇੰਟਰਨਲ ਫਰਟੀਲਾਈਜੇਸ਼ਨ ਫੀਮੇਲ ਬੋਡੀ ਦੇ ਅੰਦਰ ਹੁੰਦੀ ਆ, ਇਹਦੇ ਵਿੱਚ ਮੇਲ ਦਾ ਸਪਰਮ ਅਤੇ ਇਸ ਫੀਮੇਲ ਦਾ ਜਿਹੜਾ ਐਗ, ਇਹਨਾਂ ਦੋਨਾਂ ਨੇ ਆਪਸ 'ਚ ਕੀ ਕਰਨਾ, ਫਿਊਜ਼ ਕਰਨਾ, ਫਿਊਜ਼ਨ ਹੋਣੀ, ਅਤੇ ਉਹਨੇ ਕੀ ਬਣਾ ਦੇਣਾ ਅੱਗੇ, ਜ਼ਾਈਗੋਟ ਫਾਰਮ। ਹੁਣ ਲੱਗੀ ਸਮਝ, ਜੋ ਅਸੀਂ ਪਹਿਲਾਂ ਪੜ੍ਹਿਆ ਸੀਗਾ ਸੈਕਸੁਅਲ ਪ੍ਰੋਡਕਸ਼ਨ, ਇਹਨੂੰ ਸੈਕਸੁਅਲ ਪ੍ਰੋਡਕਸ਼ਨ ਵੀ ਬੋਲਦੇ ਆ। ਬਟ ਇਹ ਹੁੰਦੀ ਕਿੱਥੇ ਹੈ, ਫੀਮੇਲ ਬੋਡੀ ਦੇ ਅੰਦਰ ਹੁੰਦੀ ਆ, ਬਾਹਰ ਨਹੀਂ ਹੁੰਦੀ, ਇਸ ਕਰਕੇ ਇਹਨੂੰ ਇੰਟਰਨਲ ਫਰਟੀਲਾਈਜੇਸ਼ਨ ਬੋਲਦੇ ਆ। ਅੰਡਰਸਟੂਡ। ਨੈਕਸਟ ਇਹਦੇ ਵਿੱਚ ਬਰਡਸ, ਮੈਮਲਸ ਹਿਊਮਨਸ ਦੀ ਐਗਜ਼ਾਮਪਲ ਆ। ਠੀਕ ਹੈ, ਉਹ 'ਚ ਵੀ, ਇਹਦੇ ਵਿੱਚ ਵੀ ਐਨੀਮਲਸ ਹੁੰਦੇ ਆ, ਬਟ ਉਹ ਕੁਝ ਐਨੀਮਲ ਸੀਗੇ ਜਿਹੜੇ ਐਗ ਲੇਜ਼ ਬਾਹਰ ਕਰਦੀ, ਉਹਨਾਂ ਨੂੰ ਐਕਸਟਰਨਲ ਫਰਟੀਲਾਈਜੇਸ਼ਨ ਬੋਲਦੇ ਸੀ। ਅੱਗੇ ਆ ਜਾਂਦਾ ਤੁਹਾਡਾ ਨੈਕਸਟ ਆ ਜਾਂਦਾ ਵੀਵੀਪੈਰਸ ਐਂਡ ਓਵੀਪੈਰਸ ਐਨੀਮਲਸ, ਬੋਥ ਇਨ ਹਿਊਮਨਸ ਐਂਡ ਹੈਂਸ internal fertilization take place. Human give birth to babies and where has and lays eggs.
ठीक है। हुण तुसीं देखिआ होना फर्टिलाइजेशन असीं पढ़ी है जिहदे विच ह्यूमनस जिहड़े आ ओह हैंस जिहड़े आ उहनां विच फर्टिलाइजेशन हुंदी आ, बर्थ दिंदे आ बेबीज़ नूं, ਉਹਨੂੰ ਅਸੀਂ रिप्रोडक्शन बोलदे ਸੀਗੇ। ਹੁਣ ਕਹਿੰਦਾ ਐਨੀਮਲਸ ਲਾਈਕ ਹਿਊਮਨਸ, ਡੌਗਸ, ਕਾਊਜ਼, ਕੈਟਸ ਵਿਚ ਗਿਵ ਬਰਥ ਟੂ ਯੰਗ ਵਨ, ਜਿਹੜੇ ਕਿ ਬੱਚਿਆਂ ਨੂੰ ਜਨਮ ਦਿੰਦੇ ਆ, ਜਿਹ 'ਚ ਹਿਊਮਨ ਵੀ ਆਉਂਦੀ, ਹਿਊਮਨ ਫੀਮੇਲ ਆ ਜਾਂਦੀ ਹੈ। ਔਰ ਉਹ ਜਿਹੜੇ ਬੱਚਿਆਂ ਨੂੰ ਜਨਮ ਦਿੰਦੇ, ਯੰਗ ਮੈਨਸ ਮਾਨੇ ਬੱਚੇ, ਬੱਚਿਆਂ ਨੂੰ ਜਨਮ ਦੇਣਾ, ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ, ਵੀਵੀ ਪੈਰਿਸ, ਉਹਨੂੰ ਕੀ ਬੋਲਦੇ ਹਾਂ, ਵੀਵੀ ਪੈਰਿਸ। ਔਰ ਜਿਹੜੇ ਐਨੀਮਲਸ ਲਾਈਕ ਫਰੋਗ ਜਿੱਦਾਂ ਅੰਡੇ ਦਿੰਦਾ ਸੀ ਆਪਣਾ, ਠੀਕ ਹੈ, ਲੀਜ਼ਰਡ ਹੋ ਗਈ, ਬਟਰਫਲਾਈ ਹੋ ਗਈ, ਹੈਂਸ ਹੋ ਗਏ, ਇਹ ਆਪਣੇ ਇਹ ਕੀ ਕਰਦੇ ਆ, ਇਹ ਐਗ ਲੇਜ਼ ਕਰਦੇ ਆ, ਇਹ ਕੀ ਕਰਦੇ ਆ, ਐਗ ਲੇਜ਼ ਕਰਦੇ ਆ। ਸੋ ਇਹਨਾਂ ਨੂੰ ਅਸੀਂ ਕੀ ਕਹਿੰਦੇ ਆ, ਓਵੀ ਪੈਰਿਸ ਐਨੀਮਲਸ, ਇਹਨਾਂ ਨੂੰ ਕੀ ਕਹਿੰਦੇ ਆ, ਓਵੀ ਪੈਰਿਸ ਐਨੀਮਲਸ। ਸੋ ਕੁਝ ਕੁਐਸਚਨਸ ਆ MCQs। ਦ ਫਿਊਜ਼ਨ ਆਫ ਮੇਲ ਗੈਮੇਟ ਵਿਦ ਦ ਫੀਮੇਲ ਲੀਡਸ ਟੂ ਫਾਰਮੇਸ਼ਨ ਆਫ, ਕੀ ਬਣਦਾ ਸਾਡੇ ਕੋਲ, ਜ਼ਾਈਗੋਟ। ਵਿਚ ਆਫ ਦ ਫੋਲੋਇੰਗ ਡਜ਼ ਨਾਟ ਰਿਪਰੋਡਿਊਸ ਸੈਕਸੁਅਲ ਪ੍ਰੋਡਕਸ਼ਨ, ਕਿਹਦੇ ਵਿੱਚ ਸੈਕਸੁਅਲ ਪ੍ਰੋਡਕਸ਼ਨ ਨਹੀਂ ਹੁੰਦੀ, ਫਿਸ਼ ਦੇ ਵਿੱਚ ਵੀ, ਕਿਹਦੇ ਵਿੱਚ ਨਹੀਂ ਹੁੰਦੀ ਬੱਚਿਆਂ ਨੇ, ਇਹ ਕੁਐਸਚਨ ਬਹੁਤ ਇੰਪੋਰਟੈਂਟ ਆ, ਇਹ ਡਜ਼ ਨਾਟ ਪੁੱਛਿਆ ਉਹਨੇ ਬੱਚੇ, ਠੀਕ ਹੈ। ਜੇ ਤਾਂ ਹੁੰਦੀ ਫਿਰ ਤਾਂ ਹਾਰਸ ਵਿੱਚ ਵੀ ਹੋਣੀ ਸੀ, ਇਹਦੇ ਵਿੱਚ ਵੀ ਹੋਣੀ, ਬਟ ਉਹਨੇ ਨਹੀਂ ਪੁੱਛਿਆ। ਸੈਕਸੁਅਲ ਪ੍ਰੋਡਕਸ਼ਨ ਅਮੀਬਾ ਦੇ ਵਿੱਚ ਨਹੀਂ ਹੁੰਦੀ, ਕਿਉਂਕਿ ਇਹਦੇ ਵਿੱਚ ਕਿਹੜੀ ਹੁੰਦੀ ਆ, ਇਹ ਸੈਕਸੁਅਲ ਪ੍ਰੋਡਕਸ਼ਨ ਹੁੰਦੀ ਹੈ। ਅੰਡਰਸਟੂਡ ਹੈ, ਓਕੇ ਬੱਚੇ। ਸੋ ਬੇਟਾ ਜਿੰਨਾ ਵੀ ਰੋਜ਼ ਪੜ੍ਹਾਉਂਦੇ ਆ ਤੁਹਾਨੂੰ, ਕੋਈ ਵੀ ਟੀਚਰ ਵੀਡੀਓ ਸੈਂਡ ਕਰਦਾ ਹੈ, ਹੋਮਵਰਕ ਤੁਹਾਨੂੰ ਸੈਂਡ ਕਰਦਾ ਹੈ, ਪਲੀਜ਼ ਉਹਨੂੰ ਪ੍ਰੋਪਰਲੀ ਆਪਣੀ ਬੁੱਕਸ ਜਾਂ ਕਾਪੀਜ਼ ਦੇ ਵਿੱਚ, ਜਿੱਥੇ ਤੁਸੀਂ ਫੇਅਰ ਕਾਪੀ ਲਗਾਈ ਆ ਉੱਥੇ ਬਣਾਉਣਾ ਹੈ। ਔਰ ਇਹ ਇੰਪੋਰਟੈਂਟ ਆ, ਮੈਂ ਤੁਹਾਨੂੰ ਬਾਇਓ ਦੇ ਟੋਪਿਕ ਕੁਝ ਚੈਪਟਰਸ ਕਰਵਾ ਰਿਹਾ ਹਾਂ, ਔਰ ਵਰਿੰਦਰ ਸਰ ਤੁਹਾਨੂੰ ਕੈਮਿਸਟਰੀ ਦੇ ਕੁਝ ਚੈਪਟਰਸ ਕਰਵਾ ਰਹੇ ਆ। ਸੋ ਤੁਸੀਂ ਜਿਹੜੀ ਮੇਰੀ ਬਾਇਓ ਦੇ ਆ ਉਹਦੇ ਵਿੱਚ ਡਾਇਆਗਰਾਮਸ ਜਿਹੜੀਆਂ ਹੈਗੀਆਂ ਪ੍ਰੋਪਰਲੀ ਬਣਾਉਣੀਆਂ ਆ। ਜਿਹੜਾ ਲਾਸਟ ਟਾਈਮ ਜਿਹੜਾ ਤੁਹਾਨੂੰ ਮੈਂ ਸਮਝਾਇਆ ਸੀਗਾ, ਜਿਹੜਾ ਚੈਪਟਰ ਸੀਗਾ ਆਪਣਾ ਸੈੱਲ ਸਟਰਕਚਰ ਐਂਡ ਫੰਕਸ਼ਨ, ਉਹਦੇ ਵਿੱਚ ਜੋ ਵੀ ਡਾਇਆਗਰਾਮਸ ਦੱਸੀਆਂ ਸੀ ਉਹ ਬਣਾਉਣੀਆਂ ਆ, ਇੰਪੋਰਟੈਂਟ ਆ ਬੱਚੇ। ਜਦ ਤੱਕ ਡਾਇਆਗਰਾਮਸ ਨਹੀਂ ਬਣਾਓਗੇ ਤਦ ਤੱਕ ਤੁਹਾਡੀ ਕਲੈਰਿਟੀ ਨਹੀਂ ਹੋਣੀ, ਬਾਰ ਤੁਹਾਨੂੰ ਬੋਲਣੀ ਆ, ਠੀਕ ਹੈ ਬੱਚੇ। ਸੋ ਬੱਚੇ ਜੋ ਵੀ ਤੁਹਾਨੂੰ ਹੋਮਵਰਕ ਦਿੱਤਾ ਉਹਨੂੰ ਪਲੀਜ਼ ਪ੍ਰੋਪਰਲੀ ਸੀਰੀਅਸ ਹੋ ਕੇ ਕੰਪਲੀਟ ਕਰੋ, ਕਿਉਂਕਿ ਲੋਕਡਾਊਨ ਦਾ ਕੁਛ ਪਤਾ ਨਹੀਂ ਕਦੋਂ ਤੱਕ ਚੱਲਣਾ ਹੈ, ਠੀਕ ਹੈ। ਔਰ ਬੱਚੇ ਜਿਹੜਾ ਵੀ ਟੀਚਰ ਤੁਹਾਨੂੰ ਕੋਈ ਵੀਡੀਓ YouTube 'ਤੇ ਡਾਊਨਲੋਡ ਕਰਦਾ ਹੈ, ਜਿਸ ਤਰ੍ਹਾਂ ਵੀ ਬੰਦਾ, ਪਲੀਜ਼ ਉਹਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰੋ, ਠੀਕ ਹੈ। ਸਬਸਕ੍ਰਾਈਬ ਕਰ ਦਿਓ ਸਾਡੇ ਚੈਨਲਸ ਨੂੰ ਵੀ, ਸਾਰੇ ਜਣਿਆਂ ਨੂੰ ਰਿਕੁਐਸਟ ਆ। ਲਾਸਟ ਟਾਈਮ ਮੈਂ ਦੇਖਿਆ 64 ਬੱਚੇ ਆ ਤੁਹਾਡੀ ਟੋਟਲ, 60 ਕੁ ਬਣਦੇ ਆ, 60। ਸੋ ਬੱਚਿਆਂ ਨੇ ਸਿਰਫ 25 ਜਣਿਆਂ ਨੇ ਵਿਊਜ਼ ਕੀਤੀ ਔਰ ਲਾਈਕ ਸੀ ਵਿਚਾਰਾਂ ਨੇ ਕੀਤੀ ਹੈ। ਸੋ ਬੇਟਾ ਪਲੀਜ਼ ਲਾਈਕ ਵੀ ਕਰ ਦਿਆ ਕਰੋ ਐਂਡ ਸਬਸਕ੍ਰਾਈਬ ਵੀ ਚੈਨਲ ਨੂੰ ਕਰ ਦਿਓ, ਠੀਕ ਹੈ। ਸੋ ਨੈਕਸਟ ਟੋਪਿਕ ਅਸੀਂ ਬੱਚੇ ਪੜ੍ਹਾਂਗੇ ਆਪਣਾ ਮੇਲ ਪ੍ਰੋਡਕਟਿਵ ਸਿਸਟਮ, ਰਿਪਰੋਡਕਸ਼ਨ ਇਨ ਹਿਊਮਨ ਬੀਇੰਗਸ, ਜਿਹਨੂੰ ਅਸੀਂ ਬੋਲਦੇ ਹਾਂ ਰਿਪਰੋਡਕਸ਼ਨ ਇਨ ਹਿਊਮਨ ਬੀਇੰਗਸ। ਹੁਣ ਮੇਲ ਰਿਪਰੋਡਕਟਿਵ ਸਿਸਟਮ ਆ ਜਿਹੜਾ ਬੇਟਾ, ਮੇਲ ਰਿਪਰੋਡਕਟਿਵ ਸਿਸਟਮ ਦੇ ਵਿੱਚ ਕੰਸਿਸਟ ਆਫ ਏ ਪੇਅਰ ਆਫ ਟੈਸਟਿਸ, 2 ਸਪਰਮ ਡਕਟਸ ਐਂਡ ਯੂਰੇਥਰਾ ਐਂਡ ਏ ਪੈਨਿਸ, ਠੀਕ ਹੈ। ਇਹ ਵਾਲੇ ਪਾਰਟ ਪਾਏ ਜਾਂਦੇ ਆ। ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਟੈਸਟਿਸ ਆ ਜਾਂਦੀਆਂ ਬੇਟਾ, ਆਹ ਵਾਲੀਆਂ, ਆਹ ਟੈਸਟਿਸ ਆ, ਹਾਂ ਬਿਲਕੁਲ, ਠੀਕ ਹੈ। ਟੈਸਟਿਸ, ਇੱਕ ਮੈਨ ਹੈਜ਼ 2 ਟੈਸਟਿਸ, ਇੱਕ ਬੰਦੇ ਦੇ ਕੋਲ 2 ਟੈਸਟਿਸ ਹੁੰਦੀਆਂ, ਸ਼ੇਪ ਉਹਨਾਂ ਦੀ ਓਵਲ ਹੋ ਗਈ, ਜਿੱਦਾਂ ਐਗ ਸ਼ੇਪ ਹੋ ਗਈ, ਠੀਕ ਹੈ। ਐਂਡ ਦੇ ਲਾਈ ਇਨ ਏ ਸਮੋਲ ਮਸਕੂਲਰ ਪੌਚ ਕਾਲਡ ਸਕਰੋਟਮ। ਸਕਰੋਟਮ ਕੀ ਹੁੰਦਾ ਬੇਟਾ, ਆਹ ਦੇਖੋ ਸਕਰੋਟਮ, ਆਹ ਜਿਹੜੀ ਚੀਜ਼ ਇਹਨੂੰ ਸਰਾਊਂਡ ਕਰਦੀ ਆ, ਆਹ ਟੈਸਟਿਸ ਆ, ਟੈਸਟਿਸ ਨੂੰ ਆਹ ਕੌਣ ਸਰਾਊਂਡ ਕਰ ਰਿਹਾ, ਸਕਰੋਟਮ ਸਰਾਊਂਡ ਕਰ ਰਿਹਾ, ਠੀਕ ਹੈ। Outside the abdominal cavity, scrotum acts as a thermoregulator and keeps the temperature of testes about 1 to 3 degrees Celsius lower than the body temperature। ਸਾਡੇ ਬੋਡੀ ਦਾ ਜਿਹੜਾ ਜਿੰਨਾ 37 ਡਿਗਰੀ ਟੈਂਪਰੇਚਰ ਹੁੰਦਾ, ਉਸ ਤੋਂ ਇਹਨੇ 1 ਤੋਂ 3 ਡਿਗਰੀ ਸੈਂਸੀਅਸ ਟੈਂਪਰੇਚਰ ਸਾਡੀ ਟੈਸਟਿਸ ਦਾ ਘੱਟ ਰੱਖਣਾ। ਕਿਹਨੇ ਰੱਖਣਾ, ਸਕਰੋਟਮ। ਸਕਰੋਟਮ ਬੇਟਾ ਸਾਡੀ ਟੈਸਟਿਸ ਦੇ ਟੈਂਪਰੇਚਰ ਨੂੰ 1 to 3 ਡਿਗਰੀ ਸੈਂਸੀਅਸ ਸਾਡੀ ਬੋਡੀ ਦੇ ਟੈਂਪਰੇਚਰ ਨਾਲੋਂ ਘੱਟ ਰੱਖਦਾ। ਅੰਡਰਸਟੂਡ। ਕਿਉਂਕਿ ਕਾਹਤੋਂ ਜ਼ਰੂਰੀ ਹੈ ਟੈਂਪਰੇਚਰ ਨੂੰ ਘੱਟ ਰੱਖਣਾ, ਤਾਂ ਕਿ ਇਹ ਸਾਡੇ ਬੋਡੀ ਵਿੱਚ, ਮੇਲ ਬੋਡੀ ਦੇ ਵਿੱਚ ਪ੍ਰੋਡਕਸ਼ਨ ਕਰ ਸਕੇ ਕਾਹਦੀ, ਸਪਾਮਸ ਦੀ। ਹੁਣ ਲੱਗ ਗਈ ਸਮਝ, ਕਿਉਂਕਿ ਇਸੇ ਸਪਾਮਸ ਨੇ, ਇਹ ਸਪਾਮ ਦਾ ਸਟਰਕਚਰ ਸੀਗਾ ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ। ਇਹਦੇ 3 ਪਾਰਟ ਹੋ ਗਏ ਬੇਟਾ, ਇੱਕ ਹੈੱਡ ਪਾਰਟ ਹੁੰਦਾ, ਇੱਕ ਮਿਡਲ ਪੀਸ ਪਾਰਟ ਹੁੰਦਾ, ਇੱਕ ਟੇਲ ਹੁੰਦਾ। ਜਿਹੜਾ ਹੈੱਡ ਪਾਰਟ ਹੁੰਦਾ ਨਾ ਬੱਚੇ, ਇਹ ਹੈੱਡ ਪਾਰਟ ਜਿਹੜਾ ਇਹ ਐਗ ਦੇ ਨਾਲ ਜਾ ਕੇ ਫਿਊਜ਼ ਹੁੰਦਾ। ਇਹ ਤਾਂ ਮੈਂ ਐਗ ਬਣਾ ਦਿੰਦਾ, ਐਗ ਦੇ ਨਾਲ ਜਾ ਕੇ ਫਿਊਜ਼ ਹੁੰਦਾ, ਠੀਕ ਹੈ। ਔਰ ਜਿਹੜਾ ਮਿਡਲ ਪੀਸ ਹੁੰਦਾ ਇਹਦੇ ਵਿੱਚ ਮਾਈਟੋਕੌਂਡਰੀਆ ਪ੍ਰੈਜੈਂਟ ਹੁੰਦਾ, ਇਹ ਲਿਖ ਲਓ,
ਮਾਈਟੋਕੌਂਡਰੀਆ ਦੀ ਸਪੈਲਿੰਗ ਦੇਖ ਲਓ ਬੱਚੇ, ਜਿਹੜਾ ਅਸੀਂ ਉਹ ਪੜ੍ਹਿਆ ਨਹੀਂ ਸੀਗਾ ਲਾਸਟ ਸੈੱਲ ਵਾਲੇ ਚੈਪਟਰ 'ਚ, ਅਸੀਂ ਪੜ੍ਹਿਆ ਸੀ ਨਾ ਐਨੀਮਲ ਸੈੱਲ ਦੇ ਵਿੱਚ ਪ੍ਰੈਜ਼ੈਂਟ ਹੁੰਦਾ, ਪਲਾਂਟ ਸੈੱਲ ਦੇ ਵਿੱਚ ਹੁੰਦਾ। ਸੋ ਉਹ ਜਿਹੜਾ ਇਹ ਸਾਡੇ ਸੈੱਲ ਇਹ ਵਾਲਾ ਸੈੱਲ ਆ ਸਪਰਮ ਹੁੰਦਾ ਜਿਹੜਾ, ਇਹਦੇ ਵਿੱਚ ਮਾਈਟੋਕੌਂਡਰੀਆ, ਇਸ ਮਾਈਟੋਕੌਂਡਰੀਆ ਨੇ ਕੀ ਕਰਨਾ, ਇਹਨੂੰ ਐਨਰਜੀ ਪ੍ਰੋਵਾਈਡ ਕਰਨੀ ਸਪਰਮ ਨੂੰ, ਤਾਂ ਕਿ ਇਹ ਮੂਵ ਕਰ ਸਕੇ। ਔਰ ਮੂਵ ਕੌਣ ਕਰਦਾ ਹੈਲਪ ਕਰਨ ਵਿੱਚ, ਟੇਲ ਜਿਹੜੀ ਆ ਉਹ ਹੈਲਪ ਕਰਦੀ ਹੈ ਇਹਨੂੰ ਮੂਵ ਕਰਨ ਦੇ ਵਿੱਚ। ਕਾਹਦੇ ਵਿੱਚ ਕਰਦੀ ਆ, ਮੂਵ ਵਿੱਚ, ਟੂ ਮੂਵ। ਸੋ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਮੂਵ ਕਰਨਾ ਉਹ ਕਿਹਦੇ ਰਾਹੀਂ ਕਰਦਾ, ਟੇਲ ਰਾਹੀਂ ਕਰਦਾ। ਲੱਗੀ ਸਮਝ ਬੇਟਾ। ਸੋ ਉਹਦਾ ਫੰਕਸ਼ਨ, ਹੁਣ ਟੈਸਟਿਸ ਦਾ ਫੰਕਸ਼ਨ ਨੋਟ ਕਰ ਲਓ, ਇਹ ਬਹੁਤ ਇੰਪੋਰਟੈਂਟ ਹੈ, ਇਹ ਵੀ ਕੁਐਸਚਨ ਹੈ ਤੁਹਾਡੀ ਬੁੱਕਸ। ਇਜ਼ ਟੂ ਪ੍ਰੋਡਿਊਸ ਦਾ ਮੇਲ ਗੈਮਿਟਸ, ਇਹਦਾ ਕੀ ਫੰਕਸ਼ਨ ਹੁੰਦਾ, ਮੇਲ ਗੈਮਿਟਸ ਨੂੰ ਪ੍ਰੋਡਿਊਸ ਕਰਨਾ। ਕਿਹੜਾ ਮੇਲ ਗੈਮਿਟ, ਸਪਰਮ, ਜਿਹੜਾ ਅਸੀਂ ਪਹਿਲਾਂ ਪੜ੍ਹ ਕੇ ਹਟੇ। ਅਤੇ ਇੱਕ ਚੀਜ਼ ਹੋਰ ਪ੍ਰੋਡਿਊਸ ਕਰਦਾ ਹੈ, ਮੇਲ ਸੈਕਸ ਹਾਰਮੋਨ ਪ੍ਰੋਡਿਊਸ ਕਰਦਾ ਹੈ, ਮੇਲ ਸੈਕਸ ਹਾਰਮੋਨ, ਉਹਨੂੰ ਅਸੀਂ ਕੀ ਬੋਲਦੇ ਹਾਂ, ਟੈਸਟੋਸਟੀਰੋਨ। ਅਤੇ ਬੇਟਾ ਤੁਹਾਨੂੰ ਪੁੱਛ ਸਕਦੇ ਹਾਂ, ਵਾਟ ਆਰ ਦਾ ਮੇਲ ਗੈਮਿਟਸ, ਵਾਟ ਆਰ ਦਾ ਫੀਮੇਲ ਗੈਮਿਟਸ, ਟੈਸਟੋਸਟੀਰੋਨ ਕੌਣ ਪ੍ਰੋਡਿਊਸ ਕਰਦਾ, ਜਾਂ ਕਿਹੜਾ ਹਾਰਮੋਨ ਆ, ਮੇਲ ਸੈਕਸ ਹਾਰਮੋਨ ਦਾ ਕੀ ਨਾਮ ਆ ਵੀ ਕੁਐਸਚਨ ਆ ਤੁਹਾਡਾ, ਠੀਕ ਆ। ਨੇਮ ਦਾ ਮੇਲ ਸੈਕਸ ਹਾਰਮੋਨ, ਉਹਨੂੰ ਅਸੀਂ ਕੀ ਬੋਲਦੇ ਹਾਂ, ਟੈਸਟੋਸਟੀਰੋਨ। ਦਾ ਫਾਰਮੇਸ਼ਨ ਆਫ ਸਪਰਮ ਸਟਾਰਟ ਇਨ ਦਾ ਟੈਸਟ, ਹੁਣ ਪਤਾ ਲੱਗ ਗਿਆ ਜਿਹੜੇ ਸਾਡੇ ਸਪਰਮਸ ਆ ਮੇਲ ਬੋਡੀ ਦੇ ਵਿੱਚ ਉਹ ਕਿੱਥੇ ਬਣਦੇ ਆ, ਸਾਡੀ ਟੈਸਟਿਸ ਦੇ ਵਿੱਚ ਬਣਦੇ ਆ ਬੱਚੇ, ਠੀਕ ਹੈ। ਕਦੋਂ ਬਣਨੇ ਸ਼ੁਰੂ ਹੋ ਜਾਂਦੇ ਆ, ਸਾਡੀ ਏਜ ਜਦੋਂ 14 ਤੋਂ 15 ਸਾਲ ਦੇ ਵਿੱਚ ਹੁੰਦੀ ਹੈ। ਐਂਡ ਆਫਟਰ ਡੈਟ ਇਟ ਇਜ਼ ਅ ਕੰਟੀਨਿਊਸ ਪ੍ਰੋਸੈਸ ਟੂਅਰਡ ਦਾ ਮੇਲ ਲਾਈਫ। ਉਸ ਤੋਂ ਬਾਅਦ ਪੂਰੀ ਜ਼ਿੰਦਗੀ ਜਦ ਤੱਕ ਬੰਦਾ ਜਿੰਦਾ ਰਹਿੰਦਾ ਹੈ ਇਹ ਜਿਹੜੇ ਸਪਰਮਸ ਆ ਇਹ ਬਣਦੇ ਰਹਿੰਦੇ। ਦਾ ਟੈਸਟਿਸ ਆਫ ਦਾ ਹੈਲਥੀ ਮੇਲ ਪ੍ਰੋਡਿਊਸ 2 ਬਿਲੀਅਨ ਸਪਰਮਸ ਐਵਰੀ ਡੇ। ਇਹ ਇੱਕ ਹੈਲਥੀ ਬੰਦਾ ਜਿਹੜਾ ਜਿਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਠੀਕ ਹੈ ਬੇਟਾ, ਉਹਦੀ ਬੋਡੀ ਦੇ ਅੰਦਰ ਇਹ ਜਿਹੜੇ ਸਪਰਮ ਆ 2 ਬਿਲੀਅਨ ਸਪਰਮਸ ਪ੍ਰੋਡਿਊਸ ਹੁੰਦੇ ਆ ਇੱਕ ਦਿਨ ਦੇ ਵਿੱਚ। 1 ਬਿਲੀਅਨ 100 ਲੱਖ, 1 ਮਿਲੀਅਨ 10 ਲੱਖ ਦੇ ਬਰਾਬਰ ਹੁੰਦਾ, 1 ਬਿਲੀਅਨ 100 ਲੱਖ, ਮਤਲਬ ਇੰਨੇ ਸਪਰਮਸ ਜਿਹੜੇ ਆ ਸਾਡੇ ਹਰੇਕ ਦਿਨ ਪ੍ਰੈਜ਼ੈਂਟ ਹੁੰਦੇ ਆ। ਈਚ ਸਪਰਮ ਹੈਜ਼ ਇਹ ਦੱਸ ਚੁੱਕਾ ਤੁਹਾਨੂੰ, ਹੈਡ ਹੁੰਦਾ ਉਹਦਾ, ਮਿਡਲ ਪੀਸ ਹੁੰਦਾ ਉਹਦਾ, ਟੇਲ ਹੁੰਦਾ। ਸੋ ਟੇਲ ਆਫ ਦਾ ਸਪਰਮ ਇਟਸ ਲੋਕੋਮੋਸ਼ਨ, ਲੋਕੋਮੋਸ਼ਨ ਮਤਲਬ ਮੂਵਮੈਂਟ, ਲੋਕੋਮੋਸ਼ਨ ਮੂਵਮੈਂਟ। ਸਪਰਮ ਇਜ਼ ਅ ਸਿੰਗਲ ਸੈਲ ਵਿਦ ਆਲ ਦਾ ਯੂਜੂਅਲ ਸੈਲ ਕੰਪੋਨੈਂਟਸ, ਠੀਕ ਹੈ ਬੱਚੇ। ਨੈਕਸਟ ਪਾਰਟ ਇਹਦਾ ਆਉਂਦਾ ਵਾਸਾ ਡੈਫਰੈਂਸ। ਵਾਸਾ ਡੈਫਰੈਂਸ ਕਿਹੜੀ ਸੀਗੀ, ਆਹ ਦੇਖੋ ਆਹ ਵਾਲੀ ਪਾਰਟ, ਆਹ ਵਾਲਾ ਸਪਰਮ ਡਕਟ ਜਿਹਨੂੰ ਬੋਲਦੇ ਅਸੀਂ, ਹੁਣ ਵਾਸਾ ਡੈਫਰੈਂਸ ਬੋਲਦੇ ਹਾਂ, ਠੀਕ ਹੈ। ਇਹ ਹੈਗੀ ਹੈ ਵਾਸਾ ਡੈਫਰੈਂਸ, ਆਹ ਵਾਲੀ, ਠੀਕ ਹੈ। ਔਰ ਇਹ ਜਿਹੜੀ ਟਿਊਬ ਇਹਦੇ ਨਾਲ ਅਟੈਚ ਹੈ ਸਾਡੇ ਟੈਸਟੀ, ਇਹਨੇ ਜਿਹੜਾ ਸਪਰਮਸ ਕਲੈਕਟ ਕਰਕੇ ਇੱਥੋਂ ਲੈ ਕੇ ਜਾਣੇ, ਇੱਦਾਂ ਰਸਤਾ ਜਿਹੜਾ ਬਣਿਆ ਹੋਇਆ, ਇਹਨੇ ਸਾਡੇ ਇਹ ਪੈਨਿਸ ਰਾਹੀਂ ਉਹ ਬਾਹਰ ਇਜੈਕੂਲੇਟ ਕਰਦਾ ਹੈ, ਠੀਕ ਹੈ। ਸੋ ਇਹ ਨੈਰੋ ਡਕਟ ਹੁੰਦੀ ਹੈ, ਸਾਡੇ ਟੈਸਟਿਸ ਤੋਂ ਸ਼ੁਰੂ ਹੁੰਦੀ ਹੈ, ਟੈਸਟਿਸ ਤੋਂ ਸ਼ੁਰੂ ਹੁੰਦੇ ਆ, ਸਾਡੇ ਯੂਰੇਥਰਾ ਨਾਲ ਜੁਆਇਨ ਹੁੰਦੀ ਹੈ। ਦੇਖੋ ਯੂਰੇਥਰਾ ਨਾਲ ਜੁਆਇਨ ਹੈ ਨਾ, ਇਹ ਯੂਰੇਥਰਾ ਹੈ, ਆਹ ਦੇਖੋ ਆਹ ਯੂਰੇਥਰਾ, ਆਹ ਵਾਲਾ ਪਾਰਟ, ਇਹਨੂੰ ਅਸੀਂ ਪੈਨਿਸ ਵੀ ਬੋਲਦੇ ਹਾਂ ਜਿਹਨੂੰ, ਠੀਕ ਹੈ। ਉਹਦੇ ਨਾਲ ਜੁਆਇਨ ਹੁੰਦੀ ਹੈ ਇਹ ਸਾਡੇ, ਐਂਡ ਬਾਈ ਦਾ ਮਸਕੂਲਰ ਐਕਸ਼ਨ ਆਫ ਵਾਰਸ ਐਂਡ ਦਿਸ fluid produced by the seminal vesicles mixed with the sperms to produce the semen, or this fluid provides the nourishment, ਇਹ ਸਾਡੇ sperms ਨੂੰ ਕੀ ਕਰਦਾ, nourishment provide ਕਰਦਾ। ਅੰਡਰਸਟੂਡ, ਲੱਗੀ ਸਮਝ। ਸੋ ਇਹ ਅੰਡਰਸਟੂਡ ਹੈ ਬੇਟਾ। ਨੈਕਸਟ ਯੂਰੇਥਰਾ ਆਉਂਦਾ ਕਿ ਲੌਂਗ ਟਿਊਬ ਹੁੰਦੀ ਹੈ, ਸਾਡੀ ਯੂਨੀ ਬਲੈਡਰ ਤੋਂ ਰਾਈਜ਼ ਹੁੰਦੀ ਹੈ ਅਤੇ ਸਾਡੇ ਪੈਨਿਸ ਰਾਹੀਂ ਓਪਨ ਟੂ ਆਊਟਸਾਈਡ ਟੂ ਮੇਲ ਜੈਨਾਈਟਲ ਪੋਲ। ਇਹ ਸਾਡੇ ਯੂਰਾਈਨ ਵਗੈਰਾ ਜਿਹੜਾ ਉਹ ਵੀ ਲੈ ਕੇ ਜਾਂਦੀ ਹੈ, ਐਜ਼ ਵੈਲ ਸੀਮਨ ਵਗੈਰਾ ਵੀ। ਸੋ ਨੈਕਸਟ ਟਾਈਮ ਦਾ ਲਾਸਟ ਪੈਨਿਸ, ਲੌਂਗ ਥਿਕ ਮਸਕੂਲਰ ਆਰਗਨ ਹੁੰਦਾ। ਸਪਰਮ ਜਿਹੜਾ ਵਜਾਈਨਾ ਫੀਮੇਲ ਦੀ ਬੋਡੀ ਨੂੰ ਇੰਜੈਕਟ ਕੀਤਾ ਜਾਂਦਾ। ਮੇਲ ਰਿਪਰੋਡਕਟਿਵ ਸਿਸਟਮ ਹੈਜ਼ ਸਮ ਐਕਸੈਸਰੀ ਗਲੈਂਡਸ। ਮੇਲ ਰਿਪਰੋਡਕਟਿਵ ਸਿਸਟਮ ਦੇ ਵਿੱਚ ਅਸੀਂ ਕੁਝ ਐਕਸੈਸਰੀ ਸੈਮੀਨਲ ਵੈਸੀਕਲਸ ਹੋ ਗਈਆਂ, ਜਿੱਦਾਂ ਪ੍ਰੋਸਟੇਟ ਗਲੈਂਡ, ਬਲਬੋ ਯੂਰੇਥਰਲ ਗਲੈਂਡਸ, ਠੀਕ ਹੈ। ਇਹ ਜਿਹੜੀਆਂ ਗਲੈਂਡਸ ਆ ਇਹ ਸਕਰੀਸ਼ਨ ਕਰਨ ਵਿੱਚ ਹੈਲਪ ਕਰਦੀਆਂ, ਕੋਈ ਲਿਕੁਇਡ ਫਲੂਇਡ ਹੁੰਦੇ ਆ ਜਿਹਨੂੰ ਸੈਮੀਨਲ ਪਲਾਜ਼ਮਾ ਕਹਿੰਦੇ ਆ, ਵਿਚ ਇਜ਼ ਰਿਚ ਇਨ, ਇਹਦੇ ਵਿੱਚ ਫਰਕਟੋਜ਼ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਕੈਲਸ਼ੀਅਮ ਦੀ ਹੁੰਦੀ ਹੈ, ਸਰਟਨ ਇੰਜ਼ਾਈਮਸ ਜਿਹੜੇ ਆ ਪ੍ਰੈਜ਼ੈਂਟ। ਔਰ ਫਰਕਟੋਜ਼ ਬੇਟਾ ਜਿਹੜਾ ਸਿਰਫ ਮੇਲ ਬੋਡੀ ਦੇ ਵਿੱਚ ਪਾਇਆ ਜਾਂਦਾ। ਓਕੇ ਬੇਟਾ, ਅੱਜ ਲਈ ਤੁਹਾਡਾ ਇਹ ਮੇਲ ਰਿਪਰੋਡਕਟਿਵ ਸਿਸਟਮ ਤੱਕ ਬਹੁਤ ਆ, ਇਹ ਬਹੁਤ ਇੰਪੋਰਟੈਂਟ ਆ ਮੇਲ ਰਿਪਰੋਡਕਟਿਵ ਸਿਸਟਮ। ਅਤੇ ਬੇਟਾ ਤੁਸੀਂ ਕਰਨਾ ਆ, ਛੱਡਣਾ ਨਹੀਂ। ਇਹਦੀ ਆਹ ਡਾਇਗਰਾਮ ਬਣਾਉਣੀ ਹੈ, ਸਪਰਮ ਦੀ ਵੀ ਹੈ, ਸਟਰਕਚਰ ਬਣਾਉਣਾ। ਇਹਦੇ ਵਿੱਚ ਬਹੁਤ ਇੰਪੋਰਟੈਂਟ ਕੁਐਸਚਨ ਬਣਦੇ ਆ। ਸਕਰੋਟਮ ਕੀ ਹੁੰਦਾ ਹੈ, ਜਿਹੜਾ ਟੈਸਟਿਸ ਨੂੰ ਸਰਾਊਂਡ ਕਰਦਾ ਹੈ, ਠੀਕ ਹੈ। ਔਰ ਉਹਦਾ ਸਕਰੋਟਮ ਦਾ ਫੰਕਸ਼ਨ ਕੀ ਹੈ, ਸਾਡੀ ਜਿਹੜੀ ਟੈਸਟਿਸ ਦੇ ਟੈਂਪਰੇਚਰ ਨੂੰ ਕਿੰਨਾ ਘੱਟ ਰੱਖਦਾ, 1 ਤੋਂ 3 ਡਿਗਰੀ ਸੈਲਸੀਅਸ ਇਹਨੇ ਘੱਟ ਰੱਖਣਾ ਸਾਡੇ ਬੋਡੀ ਟੈਂਪਰੇਚਰ ਨਾਲ, ਠੀਕ ਹੈ। ਫਿਰ ਉਸ ਤੋਂ ਬਾਅਦ ਸਪਰਮਸ ਦੀ
ਟੈਸਟਿਸ ਦਾ ਕੀ ਫੰਕਸ਼ਨ ਆ, ਸਪਰਮ ਦੀ ਪ੍ਰੋਡਕਸ਼ਨ ਕਰਨਾ, ਮੇਨ ਫੰਕਸ਼ਨ ਸਪਰਮ ਦੀ ਪ੍ਰੋਡਕਸ਼ਨ ਕਰਨਾ, ਠੀਕ ਹੈ। ਹੋਰ ਮੇਲ ਗੈਮੇਟ ਨੂੰ ਪ੍ਰੋਡਿਊਸ ਕਰਨਾ, ਕਿਹਨੂੰ, ਹੋਰ ਟੈਸਟਿਸ ਕੀ ਕਰਦਾ, ਸਪਰਮ ਪ੍ਰੋਡਿਊਸ ਕਰਦਾ ਹੈ। ਹੋਰ ਮੇਲ ਸੈਕਸ ਹਾਰਮੋਨ ਪ੍ਰੋਡਿਊਸ ਕਰਦਾ ਜਿਹਨੂੰ ਟੈਸਟੋਸਟੇਰੋਨ ਕਹਿੰਦੇ ਆ, ਠੀਕ ਹੈ ਜੀ। ਸੋ ਇਹ ਸਾਰਾ ਤੁਸੀਂ ਕਰਨਾ ਹੈ, ਇਹਦੇ ਇਕੱਲੇ ਇਕੱਲੇ ਇਹਦੇ ਫੰਕਸ਼ਨ ਦੇਖਣੇ। ਵਾਸ ਡੈਫਰੈਂਸ ਜਿਹੜਾ ਇਹ ਪੈਨਿਸ ਨਾਲ ਅਟੈਚ ਹੁੰਦਾ, ਉਹਨੂੰ ਟੈਸਟਿਸ ਤੋਂ ਨਿਕਲ ਕੇ ਇਹਨੂੰ ਲੈ ਕੇ ਜਾਂਦਾ ਯੂਰੇਥਰਾ ਰਾਹੀਂ, ਠੀਕ ਹੈ। ਯੂਰਾਈਨ ਵੀ ਕੈਰੀ ਕਰਦਾ ਯੂਰੇਥਰਾ, ਅੰਡਰਸਟੂਡ। ਔਰ ਇਹਦੇ ਵਿੱਚ ਕੁਝ ਗਲੈਂਡਸ ਹੁੰਦੀਆਂ, ਇਹ ਵੀ ਤੁਹਾਨੂੰ ਨੇਮ ਪਤਾ ਹੋਣਾ ਚਾਹੀਦਾ। ਨੇਮ ਦਾ ਗਲੈਂਡਸ ਪ੍ਰੈਜੈਂਟ ਇਨ ਹਿਊਮਨ ਮੇਲ ਰਿਪਰੋਡਕਟਿਵ ਸਿਸਟਮ, ਯਾਦ ਰੱਖੋ ਹਿਊਮਨ ਮੇਲ ਰਿਪਰੋਡਕਟਿਵ ਸਿਸਟਮ ਬੋਲ ਰਿਹਾ ਮੈਂ, ਠੀਕ ਹੈ। ਫੀਮੇਲ ਦੀਆਂ ਅਲੱਗ ਅਸੀਂ ਪੜ੍ਹਾਂਗੇ, ਇਹ ਮੇਲ ਰਿਪਰੋਡਕਟਿਵ ਸਿਸਟਮ ਪੜ੍ਹਿਆ ਸੀ, ਉਹਦੇ ਵਿੱਚ ਸੈਮੀਨਲ ਵੈਸੀਕਲਸ, ਪ੍ਰੋਸਟੇਟ ਗਲੈਂਡ ਐਂਡ ਬਲਬੋ ਯੂਰੇਥਰਲ ਗਲੈਂਡਸ ਹੁੰਦੀਆਂ। ਔਰ ਇਹ ਜਿਹੜੀਆਂ ਇਹਦੇ ਵਿੱਚ ਸਿਕਰੀਸ਼ਨ ਕਰਦੇ ਆ ਕਾਹਦੀ ਫਰਕਟੋਸ ਦੀ, ਕੈਲਸ਼ੀਅਮ ਦੀ ਐਂਡ ਸਰਟਨ ਐਂਜ਼ਾਈਮਸ। ਇਹ ਫੀਮੇਲ ਰਿਪਰੋਡਕਟਿਵ ਸਿਸਟਮ ਬੇਟਾ ਇਹ ਨੈਕਸਟ ਟਾਈਮ ਪੜ੍ਹਾਂਗੇ ਅਸੀਂ, ਠੀਕ ਹੈ। ਇਹਨੂੰ ਚੰਗੀ ਤਰ੍ਹਾਂ ਬੇਟਾ ਇਹ ਡਾਇਗਰਾਮ ਵੀ ਬਣਾਉਣੀ ਹੈ ਤੁਸੀਂ, ਔਰ ਚੰਗੀ ਤਰ੍ਹਾਂ ਇਹਦੇ ਕੁਐਸਚਨਸ ਨੋਟ ਕਰਨੇ ਆ, ਪ੍ਰੋਪਰਲੀ ਪੜ੍ਹੋ ਔਰ ਈਜ਼ਲੀ। ਔਰ ਪਲੀਜ਼ ਬੇਟਾ ਸੀਰੀਅਸ ਹੋ ਕੇ ਪੜ੍ਹੋ, ਠੀਕ ਹੈ। ਕਲਾਸਿਸ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ, ਜਦੋਂ ਅਸੀਂ ਦੁਬਾਰਾ ਤੁਹਾਨੂੰ ਇਹ ਚੈਪਟਰ ਥੋੜ੍ਹਾ ਬਹੁਤ ਦੱਸਾਂਗੇ, ਪਰ ਜ਼ਿਆਦਾ ਥੋੜ੍ਹਾ ਡਿਟੇਲ ਵਿੱਚ ਨਹੀਂ ਕਰਾਵਾਂਗੇ ਕਿਉਂਕਿ ਟਾਈਮ ਸਾਡੇ ਕੋਲ ਬਹੁਤ ਥੋੜ੍ਹਾ ਹੋਣਾ ਉਸ ਟਾਈਮ 'ਤੇ, ਠੀਕ ਹੈ। ਔਰ ਵੀਡੀਓ ਨੂੰ ਪਲੀਜ਼ ਸ਼ੇਅਰ ਐਂਡ ਲਾਈਕ ਜ਼ਰੂਰ ਕਰ ਦਿਆ ਕਰੋ। ਰਿਕੁਐਸਟ ਆ ਸਾਰਿਆਂ ਨੂੰ, ਸਬਸਕ੍ਰਾਈਬ ਨੂੰ ਜ਼ਰੂਰ ਚੈਨਲ ਨੂੰ ਕਰ ਦਿਓ। ਐਂਡ ਥੈਂਕ ਯੂ, ਹੈਵ ਅ ਨਾਈਸ ਡੇ। ਥੈਂਕ ਯੂ ਬੇਟਾ।